Good morning, students. In this lecture, we discuss the concept of import substitution. Import substitution means that goods earlier imported from abroad are now produced within the country. ਇੰਪੋਰਟ ਸਬਸਟੀਟਿਊਸ਼ਨ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਪਹਿਲਾਂ ਅਸੀਂ ਗੁੱਡਸ ਨੂੰ ਐਬਰੋਡ ਕੰਟਰੀਜ਼ ਤੋਂ ਜਿਹੜੀਆਂ ਇੰਪੋਰਟ ਕਰਦੇ ਸੀ, ਜਦੋਂ ਉਹਨਾਂ ਗੁੱਡਸ ਨੂੰ ਕੰਟਰੀ ਦੇ ਅੰਦਰ ਹੀ ਪ੍ਰੋਡਿਊਸ ਕਰਨਾ ਸਟਾਰਟ ਕਰ ਦਿੱਤਾ ਜਾਂਦਾ ਹੈ, ਉਸਨੂੰ ਕਿਹਾ ਜਾਂਦਾ ਹੈ ਇੰਪੋਰਟ ਸਬਸਟੀਟਿਊਸ਼ਨ। ਇੰਪੋਰਟ ਸਬਸਟੀਟਿਊਸ਼ਨ ਜਿਹੜਾ ਵਰਡ ਹੈ ਯੂਜ਼ ਕੀਤਾ ਜਾਂਦਾ ਉਹਨਾਂ ਪ੍ਰੋਡਕਟ ਦੇ ਲਈ ਜਿਨ੍ਹਾਂ ਦਾ ਟੋਟਲ ਅਤੇ ਪਾਰਸ਼ੀਅਲ ਰਿਪਲੇਸਮੈਂਟ ਕੀਤਾ ਜਾਂਦਾ ਕੰਟਰੀ ਦੇ ਅੰਦਰ ਹੀ, ਜਿਨ੍ਹਾਂ ਨੂੰ ਪਹਿਲਾਂ ਇੰਪੋਰਟ ਕੀਤਾ ਜਾਂਦਾ ਸੀ। ਫੋਰ ਦਿਸ ਪਰਪਸ ਇਸ ਲਈ ਕੰਟਰੀਜ਼ ਦੇ ਵਿੱਚ ਨਿਊ ਇੰਡਸਟਰੀਜ਼ ਨੂੰ ਸੈਟਅਪ ਕਰਨਾ ਚਾਹੀਦਾ ਆ, ਰਿਸਰਚ ਨੂੰ ਕੰਡਕਟ ਕਰਨਾ ਚਾਹੀਦਾ ਆ, ਟੈਕਨੋਲੋਜੀਕਲ ਐਗਰੀਮੈਂਟ ਆਰ ਮੇਡ ਵਿਦ ਫੋਰਨ ਕੰਟਰੀਜ਼ ਐਂਡ ਪ੍ਰੋਟੈਕਸ਼ਨ ਇਜ਼ ਗ੍ਰਾਂਟਡ ਟੂ ਇੰਡੀਜੀਨੀਅਸ ਇੰਡਸਟਰੀਜ਼। ਐਜ਼ ਅ ਰਿਜ਼ਲਟ ਆਫ ਇੰਪੋਰਟ ਸਬਸਟੀਟਿਊਸ਼ਨ ਕੰਟਰੀ ਦੇ ਵਿੱਚ ਜਿਹੜੀ ਇੰਪੋਰਟਸ ਦੀ ਜਿਹੜੀ ਕੁਆਂਟਿਟੀ ਉਹ ਰਿਡਿਊਸਡ ਹੁੰਦੀ ਆ ਐਂਡ ਇਨ ਆਰਡਰ ਟੂ ਅਚੀਵ ਸੈਲਫ ਸੈਫੀਸ਼ੀਐਂਸੀ ਇਨ ਇਕਨੋਮਿਕ। ਇਸ ਦੇ ਲਈ ਜਿਹੜੀ ਇੰਪੋਰਟ ਸਬਸਟੀਟਿਊਸ਼ਨ ਹੈ ਇੱਕ ਗ੍ਰੇਟਰ ਰੋਲ ਪਲੇ ਕਰਦਾ ਆ। ਨੈਕਸਟ ਇਜ਼ ਓਬਜੈਕਟਿਵਸ ਆਫ ਇੰਪੋਰਟ ਸਬਸਟੀਟਿਊਸ਼ਨ ਪੋਲਿਸੀ। ਇੰਪੋਰਟ ਸਬਸਟੀਟਿਊਸ਼ਨ ਪੋਲਿਸੀ ਦੇ ਜਿਹੜੇ ਮੇਨ ਓਬਜੈਕਟਿਵਸ ਹੈਗੇ ਉਹਦੇ ਵਿੱਚ ਪਹਿਲਾ ਓਬਜੈਕਟਿਵਸ ਇਹ ਆ ਕਿ ਜਿਹੜੀ ਇੰਪੋਰਟਸ ਦੇ ਉੱਤੇ ਜਿਹੜੇ ਅਬਰੋਡ ਤੋਂ ਜਿਹੜੇ ਅਸੀਂ ਇੰਪੋਰਟਸ ਕਰਦੇ ਉਹਨਾਂ ਦੇ ਉੱਪਰ ਜਿਹੜੀ ਡਿਪੈਂਡੈਂਸ ਆ ਉਸਨੂੰ ਰਿਡਿਊਸ ਕਰਨਾ ਐਂਡ ਕੰਟਰੀ ਦੇ ਵਿੱਚ ਸੈਲਫ ਸਫੀਸ਼ੀਐਂਸੀ ਨੂੰ ਅਚੀਵ ਕਰਨਾ। ਸੈਕਿੰਡ ਇਜ਼ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਆ ਉਹਨੂੰ ਸੇਵ ਕਰਨਾ ਐਂਡ ਥਰਡ ਇਜ਼ to explore alternatives of imported goods and seek their domestic production ਕਿ ਜਿਹੜੇ ਇੰਪੋਰਟਡ ਗੁੱਡਸ ਆ ਉਹਨਾਂ ਦੇ ਅਲਟਰਨੇਟਿਵ ਨੂੰ ਐਕਸਪਲੋਰ ਕਰਨਾ ਅਤੇ ਉਹਨਾਂ ਦਾ ਡੋਮੈਸਟਿਕ ਕੰਟਰੀ ਦੇ ਵਿੱਚ ਹੀ ਪ੍ਰੋਡਕਸ਼ਨ ਕਰਨਾ। ਲਾਸਟ ਇਜ਼ to generate more employment avenue within the country by increasing the domestic production of imported items ਕਿ ਜਦੋਂ ਇੰਪੋਰਟਡ ਆਈਟਮਸ ਆ ਡੋਮੈਸਟਿਕ ਕੰਟਰੀਜ਼ ਦੇ ਵਿੱਚ ਹੀ ਪ੍ਰੋਡਕਸ਼ਨ ਜ਼ਿਆਦਾ ਕਰਾਂਗੇ ਉਸ ਨਾਲ ਕੀ ਹੋਏਗੀ employment ਵੀ ਜ਼ਿਆਦਾ ਜਨਰੇਟ ਹੋਏਗੀ। ਨੈਕਸਟ ਇਜ਼ ਮੈਥਡਸ ਆਫ ਇੰਪੋਰਟ ਸਬਸਟੀਟਿਊਸ਼ਨ। ਫਸਟ ਪੁਆਇੰਟ ਇਜ਼ ਟੈਰਿਫ ਪੋਲਿਸੀ। ਜਿਹੜੀ ਇੰਪੋਰਟ ਡਿਊਟੀਜ਼ ਆ ਉਹਨਾਂ ਨੂੰ ਜਿਹੜੀ ਫੋਰਨ ਗੁੱਡਸ ਦੇ ਉੱਪਰ ਬਹੁਤ ਜ਼ਿਆਦਾ ਅਪਲਾਈ ਕਰਨਾ ਚਾਹੀਦਾ, ਮਤਲਬ ਕਿ ਜਿਹੜੀ ਟੈਕਸਿਸ ਆ ਉਹਨਾਂ ਨੂੰ ਇੰਪੋਰਟ ਡਿਊਟੀਜ਼ ਕਿਹਾ ਜਾਂਦਾ ਹੈ। ਉਹ ਜਿਹੜੀ ਫੋਰਨ ਤੋਂ ਜਿਹੜੀਆਂ ਗੁੱਡਸ ਨੂੰ ਇੰਪੋਰਟ ਕੀਤਾ ਜਾਂਦਾ ਹੈ ਉਹਨਾਂ ਦੇ ਉੱਪਰ ਜਿਹੜੇ ਇੰਪੋਸਟ ਕਰਨਾ ਚਾਹੀਦਾ ਹੈਵੀਲੀ ਕਰਨਾ ਚਾਹੀਦਾ। ਦੈਟ ਮੀਨਸ ਕਿ ਉਹਨਾਂ ਦੀ ਜ਼ਿਆਦਾ ਰੇਂਜ ਐਪਲੀਕੇਬਲ ਕਰਨੀ ਚਾਹੀਦੀ। ਇਸ ਨਾਲ ਕੀ ਹੋਏਗੀ ਉਹਨਾਂ ਦੀ ਪ੍ਰਾਈਸਿਸ ਵੱਧ ਜਾਏਗੀ ਐਜ਼ ਕੰਪੇਅਰ ਟੂ ਡੋਮੈਸਟਿਕ ਗੁੱਡਸ। ਇਸ ਨਾਲ ਕੀ ਹੋਏਗੀ ਇੰਪੋਰਟਸ ਰਿਡਿਊਸ ਹੋਣਗੇ ਐਂਡ ਇਸ ਤੋਂ ਇਲਾਵਾ ਜਿਹੜੇ ਨੋਨ ਅਸੈਂਸ਼ੀਅਲ ਗੁੱਡਸ ਦਾ ਇੰਪੋਰਟਸ ਆ ਉਹਨਾਂ ਨੂੰ ਵੀ ਕੰਪਲੀਟਲੀ ਬੈਨ ਕਰਨਾ ਚਾਹੀਦਾ ਹੈ। ਨੈਕਸਟ ਇਜ਼ ਇਨਕਰੀਜ਼ ਇਨ ਪ੍ਰੋਡਕਸ਼ਨ। Industrial policy as well as agricultural policy of the country aims at more production ਕਿ ਇਹਨਾਂ ਨੂੰ ਏਮ ਕਰਨਾ ਚਾਹੀਦਾ ਕਿ ਆਪਣਾ ਪ੍ਰੋਡਕਸ਼ਨ ਕੰਟਰੀ ਦੇ ਵਿੱਚ ਜ਼ਿਆਦਾ ਹੋਵੇ। ਐਗਰੀਕਲਚਰ ਪੋਲਿਸੀ ਐਂਡ ਇੰਡਸਟਰੀਅਲ ਪੋਲਿਸੀ ਦੇ ਵਿੱਚ ਇਹ ਏਮ ਹੋਣਾ ਚਾਹੀਦਾ ਕਿ ਪ੍ਰੋਡਕਸ਼ਨ ਜ਼ਿਆਦਾ ਹੋਵੇ। ਉਸ ਨਾਲ ਕੀ ਹੋਏਗਾ ਜਿਹੜੀ ਇੰਪੋਰਟਸ ਦੇ ਉੱਪਰ ਡਿਪੈਂਡੈਂਸ ਆ ਉਹ ਘੱਟ ਜਾਏਗੀ। ਡਿਊਰਿੰਗ ਐਂਡ ਆਫਟਰ ਸੈਕਿੰਡ 5 year ਪਲਾਨਸ ਉਸ ਤੋਂ ਬਾਅਦ ਜਿਹੜੀਆਂ ਬਹੁਤ ਸਾਰੀਆਂ ਸੈਵਰਲ ਬੇਸਿਕ ਇੰਡਸਟਰੀਜ਼ ਸੈਟਅਪ ਕੀਤੀਆਂ ਗਈਆਂ ਉਸ ਨਾਲ ਕੀ ਹੋਇਆ ਜਿਹੜਾ ਇੰਪੋਰਟ ਸਬਸਟੀਟਿਊਸ਼ਨ ਦੇ ਲਈ ਹੋਰ ਬੇਸਿਕ ਇੰਡਸਟਰੀਜ਼ ਨੂੰ ਸੈਟਅਪ ਕੀਤਾ ਗਿਆ ਜਿਸ ਨਾਲ ਜਿਹੜੀ ਇੰਪੋਰਟਸ ਦੇ ਉੱਪਰ ਡਿਪੈਂਡੈਂਸ ਸੀ ਉਹ ਹੌਲੀ ਹੌਲੀ ਰਿਡਿਊਸ ਹੋਣ ਲੱਗੀ। ਨੈਕਸਟ ਇਜ਼ ਰਿਸਰਚ। To find out the alternatives of imports, greater stress is being laid on research। ਇਸ ਕਰਕੇ ਬਹੁਤ ਇਸ ਪਰਪਸ ਦੇ ਲਈ ਗਵਰਨਮੈਂਟ ਨੇ ਬਹੁਤ ਸਾਰੀਆਂ ਪਬਲਿਕ ਸੈਕਟਰ ਦੇ ਵਿੱਚ ਨੈਸ਼ਨਲ ਲੈਬੋਰੇਟਰੀਜ਼ ਨੂੰ ਸੈਟਅਪ ਕੀਤਾ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਨੇ ਵੀ ਇਸ ਰਿਸਰਚ ਸੈਕਟਰ ਦੇ ਵੱਲ ਵੀ ਬਹੁਤ ਆਪਣਾ ਇੰਟਰਸਟ ਸ਼ੋ ਕੀਤਾ। ਇਸ ਤੋਂ ਇਲਾਵਾ ਗਵਰਨਮੈਂਟ ਨੇ ਇੱਕ ਇੰਪੋਰਟ ਸਬਸਟੀਟਿਊਸ਼ਨ ਅਵਾਰਡ ਬੋਰਡ ਨੂੰ ਐਸਟੈਬਲਿਸ਼ ਕੀਤਾ 1974 ਦੇ ਵਿੱਚ ਐਂਡ ਦਾ ਬੋਰਡ ਗਿਵਸ ਅਵਾਰਡ ਟੂ ਐਨਕਰੇਜ ਨਿਊ ਇਨਵੈਂਸ਼ਨਸ ਐਂਡ ਟੈਕਨੀਕਸ ਵਿਦ ਰਿਗਾਰਡ ਟੂ ਇੰਪੋਰਟ ਸਬਸਟੀਟਿਊਸ਼ਨ। ਇਹ ਜਿਹੜਾ ਬੋਰਡ ਆ ਅਵਾਰਡ ਦਿੰਦਾ ਆ ਈਅਰ ਦੇ ਵਿੱਚ 2 times, ਇੱਕ ਦਿੰਦਾ ਹੈਗਾ ਰਿਪਬਲਿਕ ਡੇ 'ਤੇ ਐਂਡ ਇੱਕ ਦਿੰਦਾ ਹੈਗਾ ਇੰਡੀਪੈਂਡੈਂਸ ਡੇ 'ਤੇ। As a result of new inventions and research, lot of foreign exchange is saved. Next is Swadeshi spirit. ਇੰਪੋਰਟ ਸਬਸਟੀਟਿਊਸ਼ਨ ਦੇ ਰਾਸਤੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਮੇਨ ਰੁਕਾਵਟ ਇਹ ਆ ਕਿ ਇੰਡੀਆ ਦੇ ਵਿੱਚ ਜਿਹੜੇ ਲੋਕੀ ਆ ਉਹਨਾਂ ਦੇ ਵਿੱਚ ਕੁਛ ਪਰਸਨ ਲੋਕਾਂ ਦੇ ਵਿੱਚ ਜਿਹੜੇ ਫੋਰਨ ਗੁੱਡਸ ਦਾ ਬਹੁਤ ਜ਼ਿਆਦਾ ਕਰੇਜ਼ ਹੁੰਦਾ ਆ।
ਇਸ ਕਰਕੇ ਜਿਹੜੇ ਇੰਡੀਅਨ ਲੋਕੀ ਆ, ਇੰਡੀਅਨ ਪ੍ਰੋਡਿਊਸਰ ਐਂਡ ਕੰਜ਼ਿਊਮਰਸ ਆ, ਉਹ ਕੀ ਪ੍ਰੈਫਰ ਕਰਦੇ ਆ ਫੋਰਨ ਗੁੱਡਸ ਨੂੰ ਐਜ਼ ਕੰਪੇਅਰ ਟੂ ਇੰਡੀਜੀਨੀਅਸ ਗੁੱਡਸ 'ਤੇ ਲਿਆ ਲਓ। ਦਿਸ ਐਟੀਟਿਊਡ ਸ਼ੁੱਡ ਬੀ ਚੇਂਜਡ। ਇਸ ਲਈ ਗਵਰਨਮੈਂਟ ਨੂੰ ਐਫਰਟਸ ਕਰਨੇ ਚਾਹੀਦੇ ਆ ਸਵਦੇਸ਼ੀ ਸਪਿਰਿਟਸ ਨੂੰ ਰੀਬਿਲਡ ਕਰਨ ਦੇ ਲਈ, ਉਸਨੂੰ ਪ੍ਰਮੋਟ ਕਰਨ ਦੇ ਲਈ। ਨੈਕਸਟ ਇਜ਼ ਪ੍ਰੋਬਲਮਸ ਆਫ ਇੰਡੀਆਜ਼ ਇੰਟਰਨੈਸ਼ਨਲ ਟ੍ਰੇਡ। ਫਸਟ ਇਜ਼ ਪ੍ਰੋਬਲਮ ਆਫ ਬੈਲੈਂਸ ਆਫ ਪੇਮੈਂਟ। ਜਿਹੜੀ ਸਭ ਤੋਂ ਮੇਨ ਇੰਪੋਰਟੈਂਟ ਹੈ ਇੰਡੀਆ ਦੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ, ਉਹ ਕੀ ਹੈਗੀ ਆ? ਅਨਫੇਵਰੇਬਲ ਬੈਲੈਂਸ ਆਫ ਪੇਮੈਂਟ। ਅਨਫੇਵਰੇਬਲ ਬੈਲੈਂਸ ਆਫ ਪੇਮੈਂਟ ਕਦੋਂ ਹੁੰਦਾ ਹੈ? ਜਦੋਂ ਇੰਪੋਰਟਸ ਜ਼ਿਆਦਾ ਹੁੰਦੇ ਆ ਐਂਡ ਐਕਸਪੋਰਟਸ ਘੱਟ ਹੁੰਦੇ ਆ। ਐਂਡ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ ਨੂੰ ਪੂਰਾ ਕਰਨ ਦੇ ਲਈ ਇੰਡੀਆ ਫੋਰਨ ਕੰਟਰੀਜ਼ ਅਤੇ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਤੋਂ ਲੋਨਸ ਲੈਂਦਾ ਆ, ਜਿਸ ਦੇ ਕਾਰਨ ਇੰਡੀਆ ਦੇ ਵਿੱਚ ਜਿਹੜੀ ਡੈਪਟ ਟ੍ਰੇਪ ਆ, ਉਹ ਜਿਹੜੀ ਪ੍ਰੋਬਲਮ ਹੋਰ ਜ਼ਿਆਦਾ ਰਾਈਜ਼ ਹੋ ਜਾਂਦੀ ਆ। ਸੈਕਿੰਡ ਪੁਆਇੰਟ ਇਜ਼ ਡਿਟੋਰੀਓਰੇਸ਼ਨ ਇਨ ਟਰਮਸ ਆਫ ਟ੍ਰੇਡ। ਟਰਮਸ ਆਫ ਟ੍ਰੇਡ ਰੈਫਰਸ ਟੂ ਰੇਟ ਐਟ ਵਿਚ ਐਕਸਪੋਰਟ ਐਂਡ ਇੰਪੋਰਟਸ ਆਰ ਐਕਸਚੇਂਜਡ। ਟਰਮਸ ਆਫ ਟ੍ਰੇਡ ਇਨ ਵਰਲਡ ਟ੍ਰੇਡ ਆਰ ਜਨਰਲੀ ਇਨ ਫੇਵਰ ਆਫ ਡੈਵਲਪ ਕੰਟਰੀਜ਼ ਦੇ ਫੇਵਰ ਵਿੱਚ ਹੁੰਦੇ ਆ ਜਿਹੜੇ ਟਰਮਸ ਆਫ ਟ੍ਰੇਡ, ਬਟ ਜਿਹੜੇ ਆ ਇਨਡੈਵਲਪਡ ਕੰਟਰੀਜ਼ ਹੁੰਦੀਆਂ ਜਾਂ ਡਿਵੈਲਪਿੰਗ ਕੰਟਰੀਜ਼ ਹੁੰਦੀਆਂ, ਉਹਨਾਂ ਦੇ ਲਈ ਇਹ ਲੈਸ ਫੇਵਰੇਬਲ ਹੁੰਦੇ ਆ। ਸੋ ਥਰੂ ਇੰਟਰਨੈਸ਼ਨਲ ਟ੍ਰੇਡ ਜਿਹੜਾ ਇਨਕਮ ਦਾ ਟਰਾਂਸਫਰ ਹੁੰਦਾ ਆ, ਉਹ ਫਰੋਮ ਇੰਡੀਆ ਦੈਟ ਇਜ਼ ਡਿਵੈਲਪਿੰਗ ਕੰਟਰੀਜ਼ ਤੋਂ ਡਿਵੈਲਪਡ ਕੰਟਰੀਜ਼ ਦੇ ਵੱਲ ਹੁੰਦਾ ਹੈ। ਨੈਕਸਟ ਇਜ਼ ਲੈਸ ਗਰੋਥ ਇਨ ਐਕਸਪੋਰਟ ਆਫ ਪ੍ਰਾਇਮਰੀ ਪ੍ਰੋਡਕਟ। Primary products means produce of agriculture sector like tea, coffee, spices, rubber, etc. India ਜਿਹੜਾ mainly primary products ਨੂੰ constitute ਕਰਦਾ ਆ, but due to following reasons ਜਿਹੜਾ primary products ਦਾ export ਆ ਉਹ increase ਨਹੀਂ ਹੋ ਰਿਹਾ, ਜਿਸ ਕਾਰਨ ਇੰਡੀਆ ਦਾ ਜਿਹੜਾ ਵਰਲਡ ਟ੍ਰੇਡ ਦੇ ਵਿੱਚ ਸ਼ੇਅਰ ਆ ਉਹ ਘਟਦਾ ਜਾ ਰਿਹਾ ਹੈ। ਜਿਹੜਾ ਫਸਟ ਪੁਆਇੰਟ ਇਹ ਹੈ ਕਿ ਜਿਹੜਾ ਪ੍ਰਾਇਮਰੀ ਪ੍ਰੋਡਕਟਸ ਦੀ ਡਿਮਾਂਡ ਫॉर ਪ੍ਰਾਇਮਰੀ ਪ੍ਰੋਡਕਟ ਆ, ਉਹ ਲੈਸ ਇਨਕਮ ਇਲਾਸਟਿਕ ਆ। ਇਟ ਮੀਨਸ ਦੈਟ ਕਿ ਜਦੋਂ ਇਨਕਮ ਇਨਕਰੀਜ਼ ਕਰਦੀ ਆ ਅਤੇ ਕੰਜ਼ਿਊਮਰ ਜਿਹੜੇ ਪ੍ਰਾਇਮਰੀ ਪ੍ਰੋਡਕਟਸ ਦੀ ਡਿਮਾਂਡ ਇੰਨੀ ਜ਼ਿਆਦਾ ਇਨਕਰੀਜ਼ ਨਹੀਂ ਕਰਦੀ, ਜਿਸ ਕਾਰਨ ਇਸ ਦਾ ਐਕਸਪੋਰਟ ਵੀ ਘੱਟ ਹੁੰਦੀ ਆ। ਇਸ ਤੋਂ ਇਲਾਵਾ ਜਿਹੜੀਆਂ ਡਿਵੈਲਪਡ ਕੰਟਰੀਜ਼ ਦਾ, ਉਹਨਾਂ ਦੇ ਵਿੱਚ ਜਿਹੜੀ ਪੋਪੂਲੇਸ਼ਨ ਦੀ ਗਰੋਥ ਰੇਟ ਆ ਉਹ ਵੀ ਬਹੁਤ ਘੱਟ ਹੁੰਦੀ ਆ, ਜਿਸ ਕਾਰਨ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਇਨਕਰੀਜ਼ ਨਹੀਂ ਕਰ ਸਕਦੀ। ਇੱਕ ਹੋਰ ਪੁਆਇੰਟ ਇਹ ਹੈ ਕਿ ਜਿਹੜਾ ਡਿਵੈਲਪਿੰਗ ਕੰਟਰੀਜ਼ ਲਾਈਕ ਇੰਡੀਆ ਦੇ ਵਿੱਚ ਪੋਪੂਲੇਸ਼ਨ ਗਰੋਥ ਰੇਟ ਬਹੁਤ ਜ਼ਿਆਦਾ ਹੈ, ਇਸ ਕਾਰਨ ਜਿਹੜੇ ਪ੍ਰਾਇਮਰੀ ਪ੍ਰੋਡਕਟਸ ਦੀ ਜਿਹੜੀ ਡਿਮਾਂਡ ਉਹ ਇੰਡੀਆ ਦੇ ਵਿੱਚ ਹੀ ਕੰਜ਼ੰਪਸ਼ਨ ਵੱਧ ਜਾਂਦੀ ਆ, ਜਿਸ ਕਾਰਨ ਵੀ ਐਕਸਪੋਰਟ ਘੱਟ ਹੁੰਦਾ ਹੈ। ਨੈਕਸਟ ਇਜ਼ ਬੈਕਵਰਡ ਟੈਕਨੋਲੋਜੀ। ਇੰਡੀਆ ਦੇ ਵਿੱਚ ਜਿਹੜਾ ਟੈਕਨੋਲੋਜੀ ਦਾ ਲੈਵਲ ਆ ਉਹ ਬਹੁਤ ਹੀ ਲੋਅ ਹੈ ਐਜ਼ ਕੰਪੇਅਰ ਟੂ ਡਿਵੈਲਪਡ ਕੰਟਰੀਜ਼ ਦੇ ਨਾਲੋਂ। ਇੱਥੇ ਬਹੁਤ ਹੀ ਓਲਡ ਅਤੇ ਇਨਫੀਰੀਅਰ ਮਸ਼ੀਨਸ ਨੂੰ ਯੂਜ਼ ਕੀਤਾ ਜਾਂਦਾ ਹੈ ਹਜੇ ਵੀ, ਇਸ ਕਾਰਨ ਜਿਹੜਾ ਪ੍ਰੋਡਕਟ ਦੀ ਕੁਆਲਿਟੀ ਆ ਉਹ ਬਹੁਤ ਹੀ ਇਨਫੀਰੀਅਰ ਹੁੰਦੀ ਆ ਐਜ਼ ਕੰਪੇਅਰ ਟੂ ਜਿਹੜੀ ਡਿਵੈਲਪ ਕੰਟਰੀਜ਼ ਦੇ ਪ੍ਰੋਡਕਟ ਨਾਲੋਂ, ਜਿਸ ਕਾਰਨ ਇੰਡੀਆ ਦਾ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਸਦੇ ਇੰਡੀਆ ਦੇ ਜਿਹੜੇ ਪ੍ਰੋਡਕਟ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੰਪੀਟ ਨਹੀਂ ਕਰ ਪਾਉਂਦੇ, ਇਸ ਕਾਰਨ ਐਕਸਪੋਰਟ ਦੇ ਉੱਪਰ ਵੀ ਇਸਦਾ ਐਡਵਰਸ ਇਫੈਕਟ ਪੈਂਦਾ ਆ। ਨੈਕਸਟ ਇਜ਼ ਅਸੈਂਸ਼ੀਅਲ ਇੰਪੋਰਟਸ। ਵੇਰੀਅਸ ਆਈਟਮ ਆਫ ਇੰਡੀਅਨ ਇੰਪੋਰਟਸ ਕੰਸਿਸਟ ਆਫ ਅਸੈਂਸ਼ੀਅਲਸ ਆਈਟਮਸ, ਕਿ ਜਿਹੜਾ ਜ਼ਿਆਦਾਤਰ ਅਸੀਂ ਇੰਪੋਰਟਸ ਕੀਤਾ ਜਾਂਦਾ ਉਹਨਾਂ ਵਿੱਚ ਅਸੈਂਸ਼ੀਅਲ ਆਈਟਮਸ ਆ ਲਾਈਕ ਪੈਟਰੋਲੀਅਮ ਪ੍ਰੋਡਕਟਸ, ਮਸ਼ੀਨਰੀ, ਟੈਕਨੋਲੋਜੀ, ਫਰਟੀਲਾਈਜ਼ਰ, ਮੈਡੀਸਿਨਸ। ਇਹਨਾਂ ਦੀ ਡਿਮਾਂਡ ਨੂੰ ਅਸੀਂ ਘੱਟ ਨਹੀਂ ਕਰ ਸਕਦੇ, ਇਹਨਾਂ ਦੀ ਇੰਪੋਰਟ ਨੂੰ ਅਸੀਂ ਘੱਟ ਨਹੀਂ ਕਰ ਸਕਦੇ, ਬਿਕੋਜ਼ ਇਹ ਬਹੁਤ ਸਾਰੀ ਸਾਡੀ ਕੰਟਰੀ ਲਈ ਜ਼ਰੂਰੀ ਆ। ਠੀਕ ਹੈ। ਨੈਕਸਟ ਇਜ਼ ਡੰਪਿੰਗ। some countries like China are involved in dumping their products in India, ਕਿ ਚਾਈਨਾ ਕੀ ਕਰਦਾ ਆਪਣੇ ਜਿਹੜਾ ਪ੍ਰੋਡਕਟ ਨੂੰ ਇੰਡੀਆ ਦੇ ਵਿੱਚ ਬਹੁਤ ਹੀ ਘੱਟ ਪ੍ਰਾਈਸ ਦੇ ਉੱਪਰ ਸੇਲ ਕਰਦਾ, ਤਾਂ ਜੋ ਇੰਡੀਅਨ ਇੰਡਸਟਰੀ ਦੀ ਜਿਹੜੀ ਗੁੱਡਸ ਦੀ ਸੇਲ ਨੂੰ ਉਹ ਡੈਮੇਜ ਕੀਤਾ ਜਾ ਸਕੇ। ਇਸ ਦਾ ਵੀ ਨੈਗੇਟਿਵ ਇੰਪੈਕਟ ਪੈਂਦਾ ਆ ਡੋਮੈਸਟਿਕ ਇੰਡਸਟਰੀਜ਼ ਦੀ ਗਰੋਥ ਦੇ ਉੱਪਰ। ਨੈਕਸਟ ਇਜ਼ ਮੋਰ ਡਿਮਾਂਡ ਆਫ ਕੰਜ਼ੰਪਸ਼ਨ ਗੁੱਡਸ, ਬਿਕੋਜ਼ ਇੰਡੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਆ ਉਹ ਡੇ ਬਾਏ ਡੇ ਬਹੁਤ ਜ਼ਿਆਦਾ ਇਨਕਰੀਜ਼ ਕਰ ਰਹੀ ਸੀ, ਜਿਸ ਕਾਰਨ ਜਿਹੜੀ ਕੰਜ਼ੰਪਸ਼ਨ ਗੁੱਡਸ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦੀ ਆ। ਐਜ਼ ਏ ਰਿਜ਼ਲਟ ਇਸ ਕਾਰਨ ਜਿਹੜੀ ਸਾਡੇ ਇੰਪੋਰਟਸ ਜ਼ਿਆਦਾ ਆ ਐਂਡ ਐਕਸਪੋਰਟਸ ਘੱਟ ਆ। ਨੈਕਸਟ ਇਜ਼ ਬੈਕਵਰਡ ਇੰਡਸਟਰੀਅਲ ਸਟਰਕਚਰ। ਜਿਹੜਾ ਇੰਡਸਟਰੀਅਲ ਸਟਰਕਚਰ ਆ ਇੰਡੀਆ ਦੇ ਵਿੱਚ ਉਹ ਬਹੁਤ ਹੀ ਵੀਕ ਹੈ ਐਜ਼ ਕੰਪੇਅਰ ਟੂ ਡਿਵੈਲਪਡ ਕੰਟਰੀਜ਼ ਦੇ ਨਾਲੋਂ। ਇੰਡੀਆ ਦੇ ਜਿਹੜੇ ਇੰਡਸਟਰੀਅਲ ਸੈਕਟਰ ਦੇ ਬੈਕਵਰਡ ਹੋਣ ਦਾ ਮੇਨ ਰੀਜ਼ਨ ਇਹ ਆ ਕਿ ਕੈਪੀਟਲ ਰੇਸ਼ੀਓ ਦੀ ਕਮੀ ਆ। ਠੀਕ ਹੈ। ਮੋਡਰਨਾਈਜ਼ ਪਲਾਂਟਸ ਦੀ ਕਮੀ ਆ, ਲੋ ਲੈਵਲ ਆਫ ਟੈਕਨੋਲੋਜੀ ਆ, ਏਬਲ ਐਂਟਰਪ੍ਰੀਨੋਰ ਦੀ ਸ਼ੋਰਟੇਜ ਆ। ਇਹਨਾਂ ਸਭ ਰੀਜ਼ਨਸ ਦੇ ਕਾਰਨ ਜਿਹੜੀ
ਇੰਡੀਆ ਦਾ ਜਿਹੜਾ ਇੰਡਸਟਰੀਅਲ ਸੈਕਟਰ ਉਹ ਬੈਕਵਰਡ ਆ। ਇਸ ਕਾਰਨ ਇੰਡੀਆ ਦੀ ਜਿਹੜੀ ਇੰਡਸਟਰੀਅਲ ਸੈਕਟਰ ਦੀ ਪ੍ਰੋਡਕਸ਼ਨ ਵੀ ਘੱਟ ਆ, ਜਿਸ ਕਾਰਨ ਮੈਨੂਫੈਕਚਰਡ ਐਂਡ ਸੈਮੀ ਮੈਨੂਫੈਕਚਰਡ ਗੁੱਡਸ ਦਾ ਜਿਹੜਾ ਐਕਸਪੋਰਟ ਆ ਉਹ ਵੀ ਬਹੁਤ ਘੱਟ ਆ। ਨੈਕਸਟ ਇਜ਼ ਬੈਕਵਰਡ ਇਨਫਰਾਸਟਰਕਚਰ। ਇੰਡੀਆ ਦਾ ਜਿਹੜਾ ਇਨਫਰਾਸਟਰਕਚਰ ਆ ਉਹ ਵੀ ਬਹੁਤ ਬੈਕਵਰਡ ਆ ਐਜ਼ ਕੰਪੇਅਰ ਟੂ ਡੈਵਲਪ ਕੰਟਰੀਜ਼ ਦੇ ਨਾਲੋਂ। ਪਾਵਰ ਜਨਰੇਸ਼ਨ, ਟਰਾਂਸਪੋਰਟੇਸ਼ਨ, ਬੈਂਕਿੰਗ, ਇਹ ਸਾਰੇ ਜਿਹੜੇ ਸੈਕਟਰ ਇਹ ਬਹੁਤ ਹੀ ਵੀਕ ਆ ਇੰਡੀਆ ਦੇ ਵਿੱਚ। ਐਂਡ ਇਸ ਤੋਂ ਇਲਾਵਾ ਜਿਹੜੇ ਅੰਡਰ ਡੈਵਲਪਡ ਸੀ ਪੋਰਟਸ ਆ, ਲੈਕ ਆਫ ਕਾਰਗੋ ਏਅਰਲਾਈਨਸ, ਲੈਕ ਆਫ ਡੈਡੀਕੇਟਡ ਰੇਲਵੇ ਫਰੇਟ ਕੋਰੀਡੋਰਸ, ਇਹ ਸਾਰੇ ਵੀ ਇੱਕ ਹਰਡਲਸ ਆ ਇਨ ਦਾ ਫਰੀ ਫਲੋ ਆਫ ਗੁੱਡਸ। ਦਸ ਬੈਕਵਰਡ ਇਨਫਰਾਸਟਰਕਚਰ ਵੀ ਇੱਕ ਪ੍ਰੋਬਲਮ ਕ੍ਰੀਏਟ ਕਰਦਾ ਸਾਡੇ ਇੰਟਰਨੈਸ਼ਨਲ ਟ੍ਰੇਡ ਦੇ ਰਸਤੇ ਵਿੱਚ। ਨੈਕਸਟ ਇਜ਼ ਫੋਰਨ ਕੰਪੀਟੀਸ਼ਨ। ਇੰਡੀਅਨ ਐਕਸਪੋਰਟਸ ਆਰ ਫੇਸਿੰਗ ਥਰੂ ਕੰਪੀਟੀਸ਼ਨ ਇਨ ਦਾ ਇੰਟਰਨੈਸ਼ਨਲ ਮਾਰਕੀਟ, ਕਿਉਂਕਿ ਇੰਡੀਅਨ ਦੀ ਜਿਹੜੀ ਇੰਡਸਟਰੀ ਉਹਨਾਂ ਦੀ ਜਿਹੜੀ ਟੈਕਨੀਕਸ ਯੂਜ਼ ਕਰਦੇ ਆ ਪ੍ਰੋਡਕਸ਼ਨ ਕਰਨ ਦੇ ਲਈ ਉਹ ਬੈਕਵਰਡ ਅਤੇ ਪੁਰਾਣੀ ਯੂਜ਼ ਕਰਦੇ ਆ। ਇਸ ਕਰਕੇ ਉਹਨਾਂ ਦਾ ਜਿਹੜਾ ਪ੍ਰੋਡਕਸ਼ਨ ਹੁੰਦਾ ਆ ਉਹ ਬਹੁਤ ਹੀ ਕੁਆਲਿਟੀ ਵਾਈਜ਼ ਇੰਨਾ ਵਧੀਆ ਨਹੀਂ ਹੁੰਦਾ ਅਤੇ ਉਹ ਕੰਪੀਟ ਨਹੀਂ ਕਰ ਪਾਉਂਦਾ ਇੰਟਰਨੈਸ਼ਨਲ ਪ੍ਰੋਡਕਟਸ ਦੇ ਨਾਲ। ਨੈਕਸਟ ਇਜ਼ ਇਨਕਰੀਜ਼ ਇਨ ਦਾ ਪ੍ਰਾਈਜ਼ ਆਫ ਕਰੂਡ ਆਇਲ। ਇੰਡੀਆ ਜਿਹੜਾ ਆ ਕਰੂਡ ਆਇਲ ਨੂੰ ਇੰਪੋਰਟ ਕਰਦਾ ਆ। ਜਦੋਂ ਕਰੂਡ ਆਇਲ ਦੀ ਪ੍ਰਾਈਸ ਦੇ ਵਿੱਚ ਐਕਸੈਸਿਵ ਰਾਈਜ਼ ਹੁੰਦਾ ਅਤੇ ਉਸ ਦੇ ਨਾਲ ਸਾਡੀ ਕੰਟਰੀ ਦੇ ਉੱਪਰ ਵੀ ਬਹੁਤ ਜ਼ਿਆਦਾ ਬੈਡਲੀ ਇਫੈਕਟ ਪੈਂਦਾ ਹੈ। ਨੈਕਸਟ ਇਜ਼ ਹਾਈ ਪ੍ਰਾਈਸ ਲੈਵਲ। ਹਾਈ ਪ੍ਰਾਈਸ ਲੈਵਲ ਮੀਨਸ ਕਿ ਜਦੋਂ ਇੰਡੀਆ ਦੀ ਜਿਹੜੀ ਇੰਡਸਟਰੀਜ਼ ਆ ਉਹ ਆਊਟਡੇਟਡ ਟੈਕਨੀਕਸ ਨੂੰ ਯੂਜ਼ ਕਰਦੀਆਂ ਫॉर ਪ੍ਰੋਡਕਸ਼ਨ ਦੇ ਲਈ, ਇਸ ਕਾਰਨ ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਵੀ ਜ਼ਿਆਦਾ ਲੱਗਦੀ ਹੈ, ਜਿਸ ਕਾਰਨ ਉਹਨਾਂ ਦੇ ਪ੍ਰੋਡਕਟ ਦੀ ਪ੍ਰਾਈਸ ਵੀ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਡੈਵਲਪ ਕੰਟਰੀਜ਼ ਦੇ ਨਾਲੋਂ। ਇਸ ਕਾਰਨ ਪ੍ਰਾਈਸ ਲੈਵਲ ਜ਼ਿਆਦਾ ਹੋਣ ਕਾਰਨ ਇੰਡੀਆ ਦੀ ਜਿਹੜੀ ਗੁੱਡਸ ਦਾ ਉਹ ਕੰਪੀਟ ਨਹੀਂ ਕਰ ਪਾਉਂਦੀਆਂ ਇੰਟਰਨੈਸ਼ਨਲ ਮਾਰਕੀਟਸ ਦੇ ਉੱਪਰ। ਨੈਕਸਟ ਇਜ਼ ਅਦਰ ਪ੍ਰੋਬਲਮਸ। ਫਸਟ ਇਜ਼ ਲੋ ਕੁਆਲਿਟੀ। ਇੰਡੀਆ ਦਾ ਜਿਹੜਾ ਪ੍ਰੋਡਕਟਸ ਹੁੰਦੇ ਆ ਗੁੱਡਸ ਐਕਸਪੋਰਟਡ ਫਰੋਮ ਇੰਡੀਆ ਉਹ ਕੀ ਲੋ ਕੁਆਲਿਟੀ ਹੁੰਦੀ ਹੈ ਐਜ਼ ਕੰਪੇਅਰ ਟੂ ਗੁੱਡਸ ਆਫ ਡੈਵਲਪ ਕੰਟਰੀਜ਼ ਦੇ ਨਾਲੋਂ। ਲਿਮਿਟਡ ਮਾਰਕੀਟ। ਇੰਡੀਅਨ ਗੁੱਡਸ ਹੈਵ ਮਾਰਕੀਟ ਇਨ ਏ ਫਿਊ ਕੰਟਰੀਜ਼ ਅਬਰੋਡ। ਔਨ ਦ ਅਦਰ ਹੈਡ ਜਿਹੜੀ ਡੈਵਲਪ ਕੰਟਰੀਜ਼ ਦੇ ਗੁੱਡਸ ਆ ਉਹਨਾਂ ਨੂੰ ਜਿਹੜਾ ਸੋਲਡ ਕੀਤਾ ਵਰਲਡ ਵਾਈਡ ਸੋਲਡ ਕੀਤਾ ਜਾਂਦਾ। ਨੈਕਸਟ ਇਜ਼ ਲੈਕ ਆਫ ਪਬਲਿਸਿਟੀ। ਨੈਕਸਟ ਇਜ਼ ਲੈਕ ਆਫ ਪਬਲਿਸਿਟੀ। ਇੰਡੀਆ ਡਜ਼ ਨੋਟ ਹੈਵ ਵਾਈਡ ਪਬਲਿਸਿਟੀ ਆਫ ਇਟਸ ਪ੍ਰੋਡਕਟਸ ਇਨ ਦਾ ਇੰਟਰਨੈਸ਼ਨਲ ਮਾਰਕੀਟ, ਕਿ ਇੰਡੀਆ ਆਪਣੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਣੇ ਪ੍ਰੋਡਕਟ ਦੀ ਇੰਨੀ ਜ਼ਿਆਦਾ ਪਬਲਿਸਿਟੀ ਨਹੀਂ ਕਰ ਪਾਉਂਦਾ, ਜਿਸ ਕਾਰਨ ਉਸ ਦੇ ਪ੍ਰੋਡਕਟ ਦੀ ਜਿਹੜੀ ਡਿਮਾਂਡ ਹੁੰਦੀ ਹੈ ਐਕਸਪੋਰਟ ਦੀ ਉਹ ਇੰਨੀ ਰਾਈਜ਼ ਨਹੀਂ ਕਰ ਪਾਉਂਦੀ। ਲਾਸਟ ਇਜ਼ ਅਨਫੇਅਰ ਟ੍ਰੇਡ practice. Sometimes Indian exporter indulge in many unfair trade practice. They do not supply goods strictly according to the sample shown earlier. ਕਿ ਜਿਹੜੇ ਇੰਡੀਅਨ ਐਕਸਪੋਰਟਰਸ ਹੁੰਦੇ ਆ ਕਿ ਜਿਹੜਾ ਪਹਿਲਾਂ ਸੈਂਪਲ ਸ਼ੋਅ ਕਰਦੇ ਆ, ਠੀਕ ਆ, ਉਹ ਉਸ ਦੇ ਅਕੋਰਡਿੰਗ ਬਾਅਦ ਵੀ ਜਿਹੜੀ ਸਪਲਾਈ ਕਰਦੇ ਆ ਸਟ੍ਰਿਕਟਲੀ ਉਸ ਦੇ ਅਕੋਰਡਿੰਗ ਨਹੀਂ ਕਰਦੇ। ਇਸ ਨਾਲ ਕੀ ਹੁੰਦਾ, ਇਟ ਸ਼ੇਕਸ ਦਾ ਕੌਨਫੀਡੈਂਸ ਆਫ ਫੋਰਨ ਇੰਪੋਰਟਰਸ।